सो +1 क्लास उम्मीद है कि तुसी ये चार्ट बना लिया होएगा। सो सैकेंड चैप्टर जो है मेरा लास्ट वीडियो दे नाल कंप्लीट हो गया सी। लाइकन्स दे बारे च पढ़ा दिता सी, वायरसिस दे बारे च पढ़ा दिता सी। उम्मीद है कि तुसी उन्होंने एक बारी फिर तो दोबारा पढ़ लिया होएगा, सुन लिया होएगा। ठीक है जी। सो बच्चे इस तरीके दे नाल नैक्सट चैप्टर जो है चैप्टर नंबर 3 कोई बहुत वड्डी वीडियो नहीं है। ठीक है जी। 15 मिनट लग जाएंगे, 20 मिनट लग जाएंगे वीडियो ਨੂੰ ਸੁਣਨ ਦੇ ਲਈ। ਸੋ ਤੁਸੀਂ ਆਰਾਮ ਦੇ ਨਾਲ ਸੁਣ ਸਕਦੇ ਹੋ ਤੇ ਨਾਲ ਨਾਲ ਆਪਣੇ ਐਗਜ਼ਾਮਸ ਦੀ ਤਿਆਰੀ ਕਰ ਸਕਦੇ ਹੋ। 2 ਚੈਪਟਰ ਤਾਂ ਤੁਸੀਂ ਤਿਆਰ ਕਰਨੇ ਆ। ਠੀਕ ਹੈ ਜੀ। ਸੋ ਉਹਦੇ ਅੰਦਰ ਤੁਸੀਂ ਕਿੰਨੇ ਹਾਰਡਲੀ 30 ਔਰ 40 ਕੁਐਸਚਨਸ ਹੋਣਗੇ ਜਿਹੜੇ ਮੈਂ ਤੁਹਾਨੂੰ ਦਿੱਤੇ ਹੋਏ ਆ। ਇੰਨੇ ਵੀ ਨਹੀਂ ਹੈ। ਠੀਕ ਹੈ। ਤੇ ਬਾਕੀ ਆਬਜੈਕਟਿਵ ਟਾਈਪ ਕੁਐਸਚਨ ਕਰਨੇ ਆ, ਫਿਲਿੰਗ ਦੀ ਬਲੈਂਕਸ ਟਰੂ ਫਾਲਸ ਕਰਨੇ ਆ। ਸੋ ਜਿੰਨੇ ਕੁਐਸਚਨ ਮੈਂ ਤੁਹਾਨੂੰ ਭੇਜੇ ਹੋਏ ਆ ਤੁਸੀਂ ਉਹਦੇ ਵਿੱਚੋਂ ਦੀ ਹੀ ਪੇਪਰ ਹੋਏਗਾ। ਪੇਪਰ ਦਾ ਸਟਾਈਲ ਮੈਂ ਤੁਹਾਨੂੰ ਦੱਸ ਦਿੱਤਾ ਹੋਇਆ। ਸੋ ਆਪਣੀ ਤਿਆਰੀ ਕਰੋ, ਨਾਲ ਹੀ ਇੱਕ ਛੋਟੀ ਜਿਹੀ ਵੀਡੀਓ ਨੂੰ ਸੁਣ ਲੈਣਾ। ਓਕੇ। ਸੋ ਚੈਪਟਰ ਨੰਬਰ 3 ਸ਼ੁਰੂ ਕਰਨ ਜਾ ਰਹੀ ਹਾਂ, ਪਲਾਂਟ ਕਿੰਗਡਮ, ਤੇ ਚਾਹੇ ਮੈਂ ਇਹਨੂੰ ਕਹਿਦਾ ਕਿੰਗਡਮ ਪਲਾਂਟੀ। ਓਕੇ। ਸੋ ਇਹਦੇ ਵਿੱਚ ਤੁਹਾਨੂੰ ਮੈਂ ਇਹ ਟੇਬਲ ਬਣਾਉਣ ਦੇ ਲਈ ਦਿੱਤਾ ਸੀ ਜਿਹਦੇ ਵਿੱਚ ਕਿ ਪਲਾਂਟਸ ਦੀ ਕਲਾਸੀਫਿਕੇਸ਼ਨ ਕੀਤੀ ਗਈ ਹੈ ਕਿ ਦੁਨੀਆ ਦੇ ਉੱਤੇ ਕਿਸ ਕਿਸ ਬੇਸਿਸ ਦੇ ਉੱਤੇ ਪਲਾਂਟਸ ਹੈਗੇ ਆ। ਸੋ ਬੱਚੇ ਜੇਕਰ ਅਸੀਂ ਇਸ ਟੇਬਲ ਨੂੰ ਦੇਖੀਏ, ਸੋ ਇਹਦੇ ਵਿੱਚ ਸਭ ਤੋਂ ਪਹਿਲਾਂ ਦਿੱਤਾ ਹੋਇਆ ਕਿ ਐਂਬਰੀਓ ਸਟੇਜ ਐਬਸੈਂਟ, ਐਂਬਰੀਓ ਨਹੀਂ ਬਣਦਾ ਹੈ ਨਾ। ਸੋ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਮੋਸਟਲੀ ਆਰਗੇਨਿਜ਼ਮਸ ਦੇ ਵਿੱਚ ਜਾਈਗੋਟ ਤੋਂ ਬਾਅਦ ਐਂਬਰੀਓ ਬਣਦਾ, ਪਰ ਜਿਨ੍ਹਾਂ ਦੇ ਵਿੱਚ ਐਂਬਰੀਓ ਨਹੀਂ ਬਣਦਾ ਉਹਦੇ ਵਿੱਚ ਸਭ ਤੋਂ ਪਹਿਲਾਂ ਮੈਂਬਰ ਆਉਂਦਾ ਐਲਗੀ। ਸੁਣਿਆ ਵੀ ਹੋਇਆ ਤੁਸੀਂ ਐਲਗੀ। ਸੋ ਐਲਗੀ ਜਿਹੜਾ ਹੈਗਾ ਸਭ ਤੋਂ ਪ੍ਰੀਡੋਮੀਨੈਂਟ ਜਿਹੜਾ ਪੁਰਾਣਾ ਪ੍ਰਿਮਟਿਵ। ਠੀਕ ਹੈ। ਸੋ ਪ੍ਰਿਮਟਿਵ ਜਿਹੜੇ ਪਲਾਂਟ ਕਿੰਗਡਮ ਦਾ ਮੈਂਬਰ ਹੈ, ਸਭ ਤੋਂ ਪੁਰਾਣਾ ਮੈਂਬਰ ਹੈ ਪਲਾਂਟ ਕਿੰਗਡਮ ਦਾ। ਸੋ ਇਹਦੀਆਂ ਅੱਗੋਂ ਦੀ 3 ਡਿਵੀਜ਼ਨਸ ਹੈਗੀਆਂ ਨੇ, ਰੋਡੋਫਾਈਟਾ, ਫਿਓਫਾਈਟਾ ਤੇ ਕਲੋਰੋਫਾਈਟਾ। ਰੋਡੋਫਾਈਟਾ 'ਚ ਰੈੱਡ ਐਲਗੀ, ਫਿਓਫਾਈਟਾ 'ਚ ਬਰਾਊਨ ਐਲਗੀ ਤੇ ਕਲੋਰੋਫਾਈਟਾ 'ਚ ਗ੍ਰੀਨ ਐਲਗੀ ਆ ਜਾਂਦੀ ਹੈ। ਇਸੇ ਤਰੀਕੇ ਦੇ ਨਾਲ ਜਿਨ੍ਹਾਂ ਦੇ ਵਿੱਚ ਐਂਬਰੀਓ ਸਟੇਜ ਪ੍ਰੈਜ਼ੈਂਟ ਹੈ ਉਹਨਾਂ ਨੂੰ ਪਹਿਲੀ ਗੱਲ ਓਵਰਆਲ ਕਹਿੰਦੇ ਆ ਐਂਬਰੀਓਫਾਈਟਸ, ਹੈ ਨਾ। ਸੋ ਐਂਬਰੀਓਫਾਈਟਸ ਦੇ ਵਿੱਚ ਬੱਚੇ ਆ ਜਾਂਦੇ ਆ ਤੁਹਾਡੇ ਕੋਲ ਪਹਿਲਾਂ ਜਿਨ੍ਹਾਂ ਹੁਣ ਉਹ ਆ ਗਏ ਜਿਨ੍ਹਾਂ ਦੇ ਕੋਲ ਵੈਸਕੂਲਰ ਟਿਸ਼ੂ ਨਹੀਂ ਹੈ। ਹੁਣ ਪਤਾ ਹੋਣਾ ਚਾਹੀਦਾ 10th ਕਲਾਸ ਦੇ ਵਿੱਚ ਵੀ ਵੈਸਕੂਲਰ ਟਿਸ਼ੂ ਪੜ੍ਹੇ ਹੋਏ ਆ। ਜ਼ਾਈਲਮ ਐਂਡ ਫਲੋਇਮ ਉਹਨਾਂ ਨੂੰ ਕਹਿੰਦੇ ਵੈਸਕੂਲਰ ਟਿਸ਼ੂ, ਜੋ ਫੂਡ ਕੰਡਕਟ ਕਰਦੇ ਆ, ਵਾਟਰ ਕੰਡਕਟ ਕਰਦੇ ਆ, ਹੈ ਨਾ। ਸੋ ਹੁਣ ਐਂਬਰੀਓ ਸਟੇਜ ਪ੍ਰੈਜ਼ੈਂਟ ਹੈ ਇਹਨਾਂ ਦੋਨਾਂ ਦੇ ਵਿੱਚ। ਠੀਕ ਹੈ ਜੀ। ਪਰ ਹੁਣ ਕੀ ਹੈ ਕਿ ਵੈਸਕੂਲਰ ਟਿਸ਼ੂ ਨਹੀਂ ਪ੍ਰੈਜ਼ੈਂਟ ਤੇ ਵੈਸਕੂਲਰ ਟਿਸ਼ੂ ਪ੍ਰੈਜ਼ੈਂਟ। ਹੁਣ ਜਿਨ੍ਹਾਂ ਦੇ ਵਿੱਚ ਵੈਸਕੂਲਰ ਟਿਸ਼ੂ ਨਹੀਂ ਪ੍ਰੈਜ਼ੈਂਟ ਹੈ ਉਹਨਾਂ ਦੇ ਵਿੱਚ ਆ ਜਾਂਦੇ ਬਰਾਇਓਫਾਈਟਾ। ਉਹਦੇ ਵਿੱਚ ਕਿਹੜੇ ਪਲਾਂਟਸ ਆ ਜਾਂਦੇ, ਚਾਹੇ ਮੈਂ ਕਹਦਾ ਬਰਾਇਓਫਾਈਟਸ ਤੇ ਚਾਹੇ ਕਹਿ ਦੋ ਬਰਾਇਓਫਾਈਟਾ। ਓਕੇ। ਸੋ ਜਿਨ੍ਹਾਂ ਦੇ ਵਿੱਚ ਵੈਸਕੂਲਰ ਟਿਸ਼ੂ ਪ੍ਰੈਜ਼ੈਂਟ ਹੈ ਨਾ, ਸੋ ਉਹਦੇ 'ਚ ਤੁਹਾਡੇ ਕੋਲ ਆ ਜਾਂਦੇ ਉਹਨਾਂ ਨੂੰ ਟ੍ਰੇਕਿਓਫਾਈਟਸ ਵੀ ਕਹਿੰਦੇ ਆ। ਪਹਿਲੀ ਗੱਲ ਜਿਨ੍ਹਾਂ ਦੇ ਵਿੱਚ ਵੈਸਕੂਲਰ ਟਿਸ਼ੂ ਪ੍ਰੈਜ਼ੈਂਟ ਹੈ ਨਾ, ਇਹ ਅਦਰ ਨੇਮਸ ਵੀ ਤੁਸੀਂ ਯਾਦ ਰੱਖਣੇ ਕਿਉਂਕਿ ਕੁਛ ਬੁੱਕਸ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਅਲੱਗ ਤਰੀਕਿਆਂ ਦੇ ਨਾਲ ਕਲਾਸੀਫਿਕੇਸ਼ਨ ਦਿੱਤੀ ਹੋਈ ਹੈ, ਉਹ ਵੀ ਮੈਂ ਤੁਹਾਨੂੰ ਦੱਸਦੀ ਹਾਂ। ਪਹਿਲਾਂ ਤੁਸੀਂ ਇਹ ਵਾਲੀ ਦੇਖ ਲਓ ਹੁਣ ਜੋ ਤੁਹਾਡੀ ਬੁੱਕ ਦੇ ਵਿੱਚ ਦਿੱਤੀ ਹੋਈ ਹੈ। ਟ੍ਰੇਕਿਓਫਾਈਟਸ ਕਿਹਨਾਂ ਨੂੰ ਕਹਿੰਦੇ ਆ, ਜਿਨ੍ਹਾਂ ਦੇ ਕੋਲ ਵੈਸਕੂਲਰ ਟਿਸ਼ੂ ਪ੍ਰੈਜ਼ੈਂਟ ਹੈ। ਹੁਣ ਇਹ ਵੀ ਫਰਦਰ 2 ਟਾਈਪਸ ਦੇ ਆ ਵੀ ਸੀਡ ਪ੍ਰੈਜ਼ੈਂਟ ਹੈ ਕਿ ਸੀਡ ਐਬਸੈਂਟ ਹੈ। ਸਮਝ ਗਏ ਗੱਲ ਨੂੰ। ਇੱਕ ਤਾਂ ਜਿਨ੍ਹਾਂ ਦੇ ਵਿੱਚ ਵੈਸਕੂਲਰ ਟਿਸ਼ੂ ਐਬਸੈਂਟ ਸੀਗੇ, ਉਸੇ ਦੀ ਤਰ੍ਹਾਂ ਐਲਗੀ ਤੋਂ ਬਾਅਦ ਆ ਜਾਂਦੇ ਬਰਾਇਓਫਾਈਟਸ। ਇਹ ਵੀ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਸਭ ਤੋਂ ਸਿੰਪਲ ਪਲਾਂਟ ਐਲਗੀ, ਉਹਦੇ ਤੋਂ ਬਾਅਦ ਤੁਸੀਂ ਪੜ੍ਹਨੇ ਆ ਬਰਾਇਓਫਾਈਟਸ, ਉਹਦੇ ਤੋਂ ਬਾਅਦ ਤੁਸੀਂ ਪੜ੍ਹਨੇ ਆ ਟ੍ਰੀਟੋਫਾਈਟਸ, ਉਹਦੇ ਤੋਂ ਬਾਅਦ ਜਿਮਨੋਸਪਰਮਸ ਤੇ ਸਭ ਤੋਂ ਹਾਇਰ ਪਲਾਂਟਸ ਐਂਜੀਓਸਪਰਮਸ। ਓਕੇ। ਹੁਣ ਵੈਸਕੂਲਰ ਟਿਸ਼ੂ ਜੇਕਰ ਪ੍ਰੈਜ਼ੈਂਟ ਹੈ, ਠੀਕ ਹੈ, ਦੋਨਾਂ ਦੇ ਵਿੱਚ ਪ੍ਰੈਜ਼ੈਂਟ ਹੈ। ਠੀਕ ਹੈ ਜੀ। ਟ੍ਰੀਟੋਫਾਈਟਾ ਦੇ ਵਿੱਚ ਵੀ ਪ੍ਰੈਜ਼ੈਂਟ ਹੈ ਤੇ ਸਪਰਮੈਟੋਫਾਈਟਾ ਦੇ ਵਿੱਚ ਵੀ ਪ੍ਰੈਜ਼ੈਂਟ ਹੈ, ਬਟ ਸੀਡ ਐਬਸੈਂਟ ਹੈ। ਹੁਣ ਜੇ ਸੀਡ ਐਬਸੈਂਟ ਹੈ ਤਾਂ ਟ੍ਰੀਟੋਫਾਈਟਾ, ਵੈਸਕੂਲਰ ਟਿਸ਼ੂ ਪ੍ਰੈਜ਼ੈਂਟ ਹੈ ਪਰ ਸੀਡ ਐਬਸੈਂਟ ਹੈ। ਵੈਸਕੂਲਰ ਟਿਸ਼ੂ ਵੀ ਪ੍ਰੈਜ਼ੈਂਟ ਹੈ, ਸੀਡਸ ਵੀ ਪ੍ਰੈਜ਼ੈਂਟ ਹੈ, ਤਾਂ ਕੌਣ, ਸਪਰਮੈਟੋਫਾਈਟਾ। ਓਕੇ। ਸਪਰਮੈਟੋਫਾਈਟਾ ਜਿਹੜੇ ਹੈਗੇ ਆ ਫਰਦਰ, ਇਹਨਾਂ ਦੋਨਾਂ ਦੇ ਵਿੱਚ ਸੀਡ ਪ੍ਰੈਜ਼ੈਂਟ ਹੈ ਨਾ। ਠੀਕ ਹੈ। ਜਿਮਨੋਸਪਰਮਸ ਦੇ ਵਿੱਚ ਵੀ ਤੇ ਐਂਜੀਓਸਪਰਮਸ ਦੇ ਵਿੱਚ ਵੀ, ਬਟ ਹੁਣ ਸੀਡਸ ਨੇਕਡ ਹੈ ਕਿ ਸੀਡਸ ਜਿਹੜੇ ਹੈਗੇ ਆ ਫਰੂਟ ਦੇ ਅੰਦਰ ਕਵਰਡ ਹੈ ਉਹਦੇ ਹਿਸਾਬ ਦੇ ਨਾਲ। ਠੀਕ ਹੈ। ਸੋ ਪਲਾਂਟ ਕਿੰਗਡਮ ਦੇ 2 ਮੈਂਬਰ ਐਂਡ 'ਚ ਆ ਗਏ, ਜਿਮਨੋਸਪਰਮਸ ਐਂਡ ਐਂਜੀਓਸਪਰਮਸ। ਓਕੇ। ਠੀਕ ਹੈ। ਸੋ ਇਹ ਕਲਾਸੀਫਿਕੇਸ਼ਨ ਹੈਗੀ ਆ ਕਿੰਗਡਮ ਪਲਾਂਟੀ ਦੀ। ਮੈਂ ਤੁਹਾਨੂੰ ਦੱਸ ਦਿੰਦੇ ਹਾਂ। ਸਪਰਮੈਟੋਫਾਈਟਾ ਨੂੰ ਬੱਚੇ ਹੋਰ ਕੀ ਕਹਿੰਦੇ ਆ, ਫੈਨੀਰੋਗ੍ਰਾਮਸ ਵੀ ਕਹਿੰਦੇ ਆ। ਠੀਕ ਹੈ। ਵੈਸਕੂਲਰ ਟਿਸ਼ੂ ਪ੍ਰੈਜ਼ੈਂਟ ਹੋਣ ਵਾਲਿਆਂ ਨੂੰ ਅਸੀਂ ਟ੍ਰੇਕਿਓਫਾਈਟਸ ਵੀ ਕਹਿੰਦੇ ਹਾਂ। ਓਕੇ। ਟ੍ਰੀਟੋਫਾਈਟਾ ਦੇ ਅੰਡਰ ਤੁਸੀਂ ਫਰਦਰ ਜਿਹੜੀਆਂ ਤੁਹਾਨੂੰ ਡਿਵੀਜ਼ਨਸ ਹੈ ਨੇ, ਠੀਕ ਹੈ, ਜਿਨ੍ਹਾਂ ਦੀ ਮੈਂਬਰਸ ਦੀ ਤੁਸੀਂ ਨੌਲੇਜ ਲੈਣੀ ਹੈ, ਸਾਈਲੋਫਾਈਟਾ, ਲਾਈਕੋਫਾਈਟਾ, ਸਫੀਨੋਫਾਈਟਾ ਤੇ ਪੈਟੀਰੋਫਾਈਟਾ। ਠੀਕ ਹੈ। ਸੋ ਆ ਦੇਖੋ ਇਹ ਟ੍ਰੀਟੋਫਾਈਟ ਨਾ ਪੀ ਸਾਈਲੈਂਟ ਹੁੰਦੀ ਹੈ, ਪੀ ਨਹੀਂ ਕਹਿਣੀ ਹੁੰਦੀ। ਪੈਟੀਡੋਫਾਈਟਾ ਨਹੀਂ ਕਹਿਣਾ ਹੈਗਾ, ਟੈਰੀਡੋਫਾਈਟ ਕਹਿਣਾ ਹੈਗਾ, ਟ੍ਰੀਟੋਫਾਈਟਾ। ਓਕੇ। ਪੀ ਸਾਈਲੈਂਟ ਹੈਗੀ ਹੈ। ਜਿਮਨੋਸਪਰਮਸ ਦੇ ਵਿੱਚ ਅੱਗੋਂ ਦੀ, ਠੀਕ ਹੈ, ਸਾਈਕੈਡਸ, ਕੋਨੀਫਰਸ, ਜਿੰਕੋਗੇਲਸ, ਠੀਕ ਹੈ ਜੀ, ਦੇ ਗਨੀਟੇਲਸ ਜਾਂ ਜਨੀਟੇਲਸ। ਮੈਂ ਤੁਹਾਨੂੰ ਕਿਹਾ ਸੀ ਪ੍ਰੋਨਾਊਂਸੀਏਸ਼ਨ ਜਿਹੜੀ ਹੈ ਉਹਦਾ ਥੋੜ੍ਹਾ ਬਹੁਤਾ ਫਰਕ ਹੋ ਸਕਦਾ, ਕੋਈ ਐਸੀ ਗੱਲ ਨਹੀਂ ਹੈ। ਕੋਈ ਇਹਨੂੰ ਗਨੀਟੇਲਸ ਵੀ ਕਹਿ ਸਕਦਾ ਅਤੇ ਜਨੀਟੇਲਸ ਵੀ ਕਹਿ ਸਕਦਾ। ਕੋਈ ਇਹਨੂੰ ਗਿਨਕੋ ਵੀ ਕਹਿ ਸਕਦਾ ਅਤੇ ਵੈਸੇ ਜਿਨਕੋ
ਏਲਸ ਹੁੰਦੇ ਆ। ਓਕੇ, ਅੱਛਾ ਜੀ, ਜਿਹੜੇ ਐਂਜੀਓਸਪਰਮਸ ਹੈਗੇ ਆ ਜਿਨ੍ਹਾਂ ਦੇ ਵਿੱਚ ਸੀਡ ਜਿਹੜੇ ਹੁੰਦੇ ਫਰੂਟ ਦੇ ਅੰਦਰ ਹੁੰਦੇ ਆ। ਸਾਡੇ ਜਿਹੜੇ ਫਲਾਵਰਿੰਗ ਪਲਾਂਟਸ ਹੁੰਦੇ ਆ ਨਾ, ਉਹ ਹੁੰਦੇ ਐਂਜੀਓਸਪਰਮਸ। ਤੇ ਇਹ ਬੱਚੇ ਤੁਸੀਂ 9th ਕਲਾਸ ਦੇ ਵਿੱਚ ਵੀ ਪੜ੍ਹਿਆ ਹੋਇਆ। ਐਂਜੀਓਸਪਰਮਸ ਜਿਨ੍ਹਾਂ ਦੇ ਸੀਡ ਫਰੂਟ ਦੇ ਅੰਦਰ ਹੁੰਦੇ ਆ, ਮੋਨੋਕੋਟ ਤੇ ਡਾਈਕੋਟ, ਇਹ ਦੋ ਤਰ੍ਹਾਂ ਦੇ ਹੁੰਦੇ ਆ। ਓਕੇ, ਇਸੇ ਤਰੀਕੇ ਦੇ ਨਾਲ ਬਰਾਇਓਫਾਈਟਾਂ ਦੇ ਵਿੱਚ ਅੱਗੇ ਕਿਹੜੇ ਮੈਂਬਰਸ ਆ ਜਾਂਦੇ ਆ? ਲੀਵਰ ਬਰਡਸ, ਮੋਸਿਸ ਤੇ ਹੌਰਨ ਬਰਡਸ ਆ ਜਾਂਦੇ ਆ। ਓਕੇ, ਅੱਛਾ ਜੀ, ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਣ ਲੱਗੀ ਹਾਂ ਕਿ ਵੀ ਜਿੱਦਾਂ ਮੋਡਰਨ ਦੀ ਬੁੱਕ ਹੈਗੀ ਆ, ਉਹਦੇ ਵਿੱਚ ਜਿਹੜੀ ਕਲਾਸੀਫਿਕੇਸ਼ਨ ਦਿੱਤੀ ਹੋਈ ਨਾ ਬੱਚੇ, ਉਹ ਇੱਥੇ ਉਹਨਾਂ ਨੇ ਕ੍ਰਿਪਟੋਗਾਮਸ ਲਿਖੇ ਹੋਏ ਆ। ਇੱਥੇ ਉਹਨਾਂ ਨੇ ਕੀ ਲਿਖੇ ਹੋਏ ਆ? ਕ੍ਰਿਪਟੋਗਾਮਸ। ਕ੍ਰਿਪਟੋਗਾਮਸ ਟਰਮ ਜਿਹੜੀ ਹੈਗੀ ਆ, ਠੀਕ ਹੈ, ਸੋ ਇਹਦੇ ਲਈ ਐਲਗੀ ਦੇ ਲਈ ਓਵਰਆਲ ਟਰਮ ਯੂਜ਼ ਕੀਤੀ ਇਹਨਾਂ ਨੇ ਥੈਲੋਫਾਈਟਾ। ਕਿਉਂ? ਕਿਉਂਕਿ ਤੁਹਾਨੂੰ ਪਤਾ ਕਿ ਇਹਨਾਂ ਦੇ ਥੈਲਾਈ ਹੁੰਦੇ ਆ, ਇਹਨਾਂ ਦੇ ਰੂਟ, ਸਟੈਮ ਤੇ ਲੀਵਸ ਤਾਂ ਹੁੰਦੇ ਹੀ ਨਹੀਂ ਹੈ। ਐਲਗੀ ਬਹੁਤ ਹੀ ਲੋਅਰ ਮੈਂਬਰ ਹੈ, ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿੰਗਡਮ ਪਲਾਂਟੀ ਦਾ ਨਾ, ਠੀਕ ਹੈ। ਸੋ ਇਸ ਕਰਕੇ ਰੂਟ, ਸਟੈਮ ਤੇ ਲੀਵਸ ਤਾਂ ਉਹਦੇ ਨਹੀਂ ਹੁੰਦੇ ਆ, ਠੀਕ ਹੈ। ਸੋ ਥੈਲੋਇਡ ਸਟਰਕਚਰ, ਠੀਕ ਹੈ। ਸੋ ਥੈਲੋਫਾਈਟਾ ਇਹਦੇ 'ਚ ਐਲਗੀ ਆ ਜਾਏਗੀ। ਸੋ ਕ੍ਰਿਪਟੋਗਾਮਸ ਦੇ ਅੰਡਰ ਹੀ ਉਹਨਾਂ ਨੇ ਨਾ ਬਰਾਇਓਫਾਈਟਾਂ ਨੂੰ ਵੀ ਪਾ ਦਿੱਤਾ ਤੇ ਟ੍ਰਿਡੋਫਾਈਟਾਂ ਨੂੰ ਵੀ ਪਾ ਦਿੱਤਾ ਕ੍ਰਿਪਟੋਗਾਮਸ ਦੇ ਅੰਦਰ। ਉਹੀ ਕਿਉਂਕਿ ਇਹਨਾਂ ਦੇ ਅੰਦਰ ਸੀਡ ਨਹੀਂ ਬਣਦੇ ਹੈ, ਹੈ ਨਾ, ਸੀਡਲੈਸ ਪਲਾਂਟਸ ਹੈਗੇ ਆ। ਗੱਲ ਦੇਖੋ ਉਹੀ ਹੈ, ਇੱਥੇ ਵੀ ਤਾਂ ਸੀਡ ਐਬਸੈਂਟ ਦੇ ਵਿੱਚ ਵੀ ਪਾਇਆ ਟ੍ਰਿਡੋਫਾਈਟਾਂ ਨੂੰ, ਪਰ ਵੈਸਕੂਲਰ ਟਿਸ਼ੂ ਪ੍ਰੈਜੈਂਟ ਹੈ। ਕੋਈ ਐਸੀ ਗੱਲ ਨਹੀਂ, ਕਿਸੇ ਨੇ ਸੀਡ ਦੇ ਬੇਸਿਸ ਦੇ ਉੱਤੇ ਉਹਨੂੰ ਪਹਿਲਾਂ ਹੀ ਕਲਾਸੀਫਾਈ ਕਰ ਦਿੱਤਾ, ਕਿਸੇ ਨੇ ਪਹਿਲਾਂ ਵੈਸਕੂਲਰ ਟਿਸ਼ੂ ਦੇ ਬੇਸ ਦੇ ਉੱਤੇ ਕਲਾਸੀਫਾਈ ਕੀਤਾ, ਫਿਰ ਸੀਡ ਦੇ ਬੇਸਿਸ ਦੇ ਉੱਤੇ ਕਲਾਸੀਫਾਈ ਕੀਤਾ। ਗੱਲ ਸਮਝ ਗਏ? ਤਾਂ ਕੁਝ ਬੁੱਕਸ ਵਾਲਿਆਂ ਨੇ ਕੀ ਕੀਤਾ ਹੋਇਆ ਕਿ ਇੱਥੇ ਕ੍ਰਿਪਟੋਗਾਮਸ ਲਿਖ ਦਿੰਦੇ ਆ। ਕ੍ਰਿਪਟੋਗਾਮਸ ਉਹ ਜਿਨ੍ਹਾਂ ਦੇ ਵਿੱਚ ਸੀਡ ਨਹੀਂ ਬਣਦੇ, ਤਾਂ ਇਹਨਾਂ ਤਿੰਨਾਂ ਮੈਂਬਰਸ ਦੇ ਵਿੱਚ ਸੀਡ ਨਹੀਂ ਬਣਦੇ, ਨਾ ਐਲਗੀ 'ਚ, ਨਾ ਬਰਾਇਓਫਾਈਟਸ, ਨਾ ਟ੍ਰਿਡੋਫਾਈਟਸ 'ਚ। ਓਕੇ, ਉਹਨਾਂ ਨੇ ਓਵਰਆਲ ਇਹਨੂੰ ਟਰਮ ਦੇ ਦਿੱਤੀ ਹੁੰਦੀ ਹੈ ਕ੍ਰਿਪਟੋਗਾਮਸ। ਹੁਣ ਕ੍ਰਿਪਟੋਗਾਮਸ ਦਾ ਐਕਚੁਅਲੀ ਦੇ ਵਿੱਚ ਮੀਨਿੰਗ ਪਤਾ ਕੀ ਹੈਗਾ? ਕ੍ਰਿਪਟੋ ਦਾ ਮਤਲਬ ਹੈ ਹਿਡਨ, ਗੈਮਸ ਦਾ ਮਤਲਬ ਹੈਗਾ ਮੈਰਿਜ। ਮਤਲਬ ਉਹੀ ਗੱਲ ਵੀ ਸੈਕਸ਼ੂਅਲ ਰੀਪਰੋਡਕਸ਼ਨ ਤਾਂ ਹੁੰਦੀ ਹੈ, ਪਰ ਨਾ ਇਹ ਪਤਾ ਨਹੀਂ ਲੱਗਦਾ ਕਿ ਸੈਕਸ ਔਰਗਨ ਇਹਨਾਂ ਔਰਗੈਨਿਜ਼ਮਸ ਦੇ ਵਿੱਚ ਕਿੱਥੇ ਪ੍ਰੈਜ਼ੈਂਟ ਹੈਗੇ ਆ, ਕਲੀਅਰ ਨਹੀਂ ਹੁੰਦੇ, ਕਿਉਂਕਿ ਇਹ ਲੋਅਰ ਮੈਂਬਰਸ ਹੈਗੇ ਆ ਨਾ, ਇਸ ਕਰਕੇ ਇਹਨਾਂ ਦੇ ਲਈ ਟਰਮ ਯੂਜ਼ ਕੀਤੀ ਜਾਂਦੀ ਕ੍ਰਿਪਟੋਗਾਮਸ। ਬਸ ਇਹ ਸਿੰਪਲ ਜੀ ਕਿੰਗਡਮ ਪਲਾਂਟੀ ਦੀ ਕਲਾਸੀਫਿਕੇਸ਼ਨ ਹੈ, ਜਾਂ ਪਲਾਂਟ ਕਿੰਗਡਮ ਦੀ। ਓਕੇ, ਸੋ ਇਹਦੇ 'ਚ ਜਨਰਲ ਕਰੈਕਟਰਿਸਟਿਕਸ ਹੈ ਬੱਚੇ, ਇਹ ਹੁਣ ਮੈਂ ਨਹੀਂ ਬੋਲਣੇ, ਬਾਰ-ਬਾਰ ਉਹੀ ਕਰੈਕਟਰਿਸਟਿਕਸ ਹੈ ਜੋ ਅਸੀਂ ਪਲਾਂਟ ਕਿੰਗਡਮ ਸੈਕੰਡ ਚੈਪਟਰ ਦੇ ਵਿੱਚ ਵੀ ਪੜ੍ਹੇ ਆ, ਉਹੀ ਕਰੈਕਟਰਿਸਟਿਕਸ ਰਹਿਣੇ, ਪਲਾਂਟਸ ਦੇ ਬਦਲ ਨਹੀਂ ਜਾਣੇ, ਠੀਕ ਹੈ ਜੀ। ਟੇਬਲ ਵੀ ਸ਼ੁਰੂ ਦੇ ਵਿੱਚ ਤੁਹਾਨੂੰ ਪਲਾਂਟਸ ਤੇ ਐਨੀਮਲਸ ਦਾ ਡਿਫਰੈਂਸ ਕਰਵਾਇਆ ਹੋਇਆ, ਠੀਕ ਹੈ। ਕਲਾਸੀਫਿਕੇਸ਼ਨ ਹੁਣ ਤੁਹਾਡੇ ਕੋਲ ਅੱਗੇ ਜਿਹੜੀ ਇਸ ਚੈਪਟਰ ਦੇ ਵਿੱਚ ਬੱਚੇ ਹੁਣ ਅੱਗੇ ਜੋ ਅਸੀਂ ਪੜ੍ਹਨਾ ਨਾ, ਮਤਲਬ ਕਲਾਸੀਫਿਕੇਸ਼ਨ ਦੇ ਥੋੜ੍ਹੇ ਜਿਹੇ ਮੈਥਡਸ ਹੈਗੇ ਆ, ਤੁਸੀਂ ਕਹਿ ਲਓ, ਹੈ ਨਾ। ਸੋ ਜਿਹਦੇ 'ਚ ਆਰਟੀਫਿਸ਼ੀਅਲ ਸਿਸਟਮ ਆਫ ਕਲਾਸੀਫਿਕੇਸ਼ਨ ਆ ਜਾਂਦਾ, ਨੈਚੁਰਲ ਸਿਸਟਮ ਆਫ ਕਲਾਸੀਫਿਕੇਸ਼ਨ ਆ ਜਾਂਦਾ, ਫਾਈਲੋਜੈਨੇਟਿਕ ਸਿਸਟਮ ਆਫ ਕਲਾਸੀਫਿਕੇਸ਼ਨ ਆ ਜਾਂਦਾ, ਕਲਾਸੀਕਲ ਐਂਡ ਨਿਊ ਸਿਸਟਮੈਟਿਕਸ ਆ ਜਾਂਦਾ। ਸੋ ਇਹ ਚਾਰ ਕਹਿ ਲਓ ਕਿ ਨਵੀਆਂ ਬ੍ਰਾਂਚਿਸ ਹੈਗੀਆਂ ਨੇ ਕਲਾਸੀਫਿਕੇਸ਼ਨ ਦੀਆਂ। ਬਾਕੀ ਤੁਸੀਂ ਡਿਟੇਲ ਦੇ ਵਿੱਚ ਅਸੀਂ ਕਿੰਗਡਮ ਪਲਾਂਟੀ ਦੇ ਵਿੱਚ ਕੀ ਪੜ੍ਹਨਾ? ਐਲਗੀ, ਬਰਾਇਓਫਾਈਟਾ, ਟ੍ਰਿਡੋਫਾਈਟਾ, ਜਿਮਨੋਸਪਰਮਸ ਐਂਡ ਐਂਜੀਓਸਪਰਮਸ ਦੇ ਬਾਰੇ ਦੇ ਵਿੱਚ ਅਸੀਂ ਪੜ੍ਹਨਾ ਹੈ, ਠੀਕ ਹੈ ਜੀ। ਹੁਣ ਆ ਜੀ ਅਸੀਂ ਹੁਣ ਸਭ ਤੋਂ ਪਹਿਲਾਂ ਆਰਟੀਫਿਸ਼ੀਅਲ ਸਿਸਟਮ ਆਫ ਕਲਾਸੀਫਿਕੇਸ਼ਨ, ਜੋ ਕਿ ਪਲਾਈਨੀ ਦਾ ਐਲਡਰ ਨੇ ਦਿੱਤੀ ਸੀਗੀ, ਠੀਕ ਹੈ। ਸੋ ਅਰਿਸਟੋਟਲ ਜਿਹੜੇ ਕਿ ਫਾਦਰ ਆਫ ਜੂਲੋਜੀ ਸੀਗੇ, ਸਭ ਤੋਂ ਪਹਿਲਾਂ ਉਹਨਾਂ ਨੇ ਵੀ ਇਸ, ਠੀਕ ਹੈ, ਮੈਥਡ ਨੂੰ ਅਡੋਪਟ ਕੀਤਾ ਸੀ, ਆਰਟੀਫਿਸ਼ੀਅਲ ਸਿਸਟਮ ਆਫ ਕਲਾਸੀਫਿਕੇਸ਼ਨ ਨੂੰ ਅਡੋਪਟ ਕੀਤਾ ਸੀਗਾ, ਹੈ ਨਾ। ਸੋ ਆਰਟੀਫਿਸ਼ੀਅਲ ਜਿਹੜਾ ਸਿਸਟਮ ਆਫ ਕਲਾਸੀਫਿਕੇਸ਼ਨ ਹੈ ਨਾ, ਉਹ ਇੱਕ ਜਾਂ ਕੁਛ ਹੀ ਸੁਪਰਫਿਸ਼ੀਅਲ ਰਿਜ਼ੈਂਬਲੈਂਸਿਸ, ਮਤਲਬ ਥੋੜ੍ਹੇ ਜਿਹੇ ਇੱਕ ਅੱਧੇ ਕਰੈਕਟਰਿਸਟਿਕਸ ਦੇ ਬੇਸਿਸ ਦੇ ਉੱਤੇ ਹੀ ਇਹਦੇ 'ਚ ਔਰਗੈਨਿਜ਼ਮਸ ਨੂੰ ਕਲਾਸੀਫਾਈ ਕੀਤਾ ਜਾਂਦਾ। ਫੋਰ ਐਗਜ਼ਾਮਪਲ, ਔਰਗੈਨਿਜ਼ਮਸ ਦਾ ਹੈਬੀਟੈਟ ਦੇਖਿਆ ਜਾਂਦਾ, ਜਿੱਦਾਂ ਕਿ ਜੀ ਐਨੀਮਲਸ ਜਿਹੜੇ ਹੈਗੇ ਆ, ਜੇਕਰ ਅਸੀਂ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਕਿਹੜੇ ਕਿਹੜੇ ਹੈਬੀਟੈਟਸ ਹੋ ਸਕਦੇ ਆ ਬੱਚੇ? ਜਾਂ ਤਾਂ ਐਕੁਆਟਿਕ ਹੋ ਸਕਦੇ ਆ ਐਨੀਮਲਸ, ਜਾਂ ਟੈਰਸਟਰੀਅਲ, ਜਾਂ ਫਿਰ ਏਰੀਅਲ। ਐਕੁਆਟਿਕ ਪਤਾ ਪਾਣੀ ਦੇ ਵਿੱਚ ਰਹਿਣ ਵਾਲੇ, ਟੈਰਸਟਰੀਅਲ ਪਤਾ ਧਰਤੀ ਦੇ ਉੱਤੇ ਰਹਿਣ ਵਾਲੇ ਜਾਨਵਰ, ਏਰੀਅਲ ਕਿਹੜੇ? ਜਿਹੜੇ ਕਿ ਹਵਾ ਦੇ ਵਿੱਚ ਉੱਡਦੇ ਆ, ਜਿਵੇਂ ਕਿ ਪੰਛੀ। ਓਕੇ, ਇਸੇ ਤਰੀਕੇ ਦੇ ਨਾਲ ਮੋਡ ਆਫ ਫੀਡਿੰਗ ਦੇ ਹਿਸਾਬ ਦੇ ਨਾਲ ਵੀ ਤੁਸੀਂ ਐਨੀਮਲਸ ਨੂੰ ਕਲਾਸੀਫਾਈ ਕਰ ਸਕਦੇ ਹੋ, ਜਿਵੇਂ ਕਿ ਹਰਬੀਵੋਰਸ, ਕਾਰਨੀਵੋਰ। ਸੋ ਆਰਟੀਫਿਸ਼ੀਅਲ ਸਿਸਟਮ ਦੇ ਵਿੱਚ ਅਸੀਂ ਹੈਬੀਟੈਟ ਦੇ ਹਿਸਾਬ ਦੇ ਨਾਲ ਐਨੀਮਲਸ ਨੂੰ ਕਲਾਸੀਫਾਈ ਕੀਤਾ, ਉਹਨਾਂ ਦਾ ਮੋਡ ਆਫ ਫੀਡਿੰਗ, ਉਹ ਕੀ ਖਾਂਦੇ ਆ, ਖੁਦ ਆਪਣਾ ਭੋਜਨ ਬਣਾਉਂਦੇ ਆ, ਠੀਕ ਹੈ। ਜਾਂ ਹਰਬੀਵੋਰਸ ਤੁਹਾਨੂੰ ਪਤਾ ਹੀ ਹੈ, ਜਿਹੜੇ ਕਿ ਘਾਹ ਫੂਸ ਖਾਂਦੇ ਆ, ਹੈ ਨਾ, ਗਰਾਸ ਖਾਂਦੇ ਆ। ਕਾਰਨੀਵੋਰਸ ਜਿਹੜੇ ਕਿ ਮਾਂਸ ਖਾਂਦੇ ਆ। ਇਸੇ ਤਰੀਕੇ ਦੇ ਨਾਲ ਬਰੀਡਿੰਗ ਦਾ ਉਹਨਾਂ ਦਾ ਮੋਡ ਕਿੱਦਾਂ ਦਾ, ਕੀ ਉਹ ਆਂਡੇ ਦਿੰਦੇ ਆ ਤਾਂ ਉਹ ਵੀ ਪੇਰੈਂਟਸ, ਅਤੇ ਕੀ ਉਹ ਯੰਗ ਵਨਸ ਨੂੰ ਜਨਮ ਦਿੰਦੇ ਆ, ਜਿੱਦਾਂ ਅਸੀਂ ਬੱਚਿਆਂ ਨੂੰ ਜਨਮ ਦਿੰਦੇ ਹਾਂ, ਅਸੀਂ ਆਂਡੇ ਨਹੀਂ ਦਿੰਦੇ ਹਾਂ, ਸੋ ਅਸੀਂ ਵੀ ਪੇਰੈਂਟਸ ਹਾਂ। ਹੁਣ ਤੁਹਾਨੂੰ ਗੱਲ ਸਮਝ ਆ ਗਈ? ਜਿਹੜੇ ਔਰਗੈਨਿਜ਼ਮਸ ਆਂਡੇ ਦਿੰਦੇ ਆ, ਠੀਕ ਹੈ, ਜਿੱਦਾਂ ਕਿ ਹੈਨ, ਮੁਰਗੀਆਂ, ਠੀਕ ਹੈ ਨਾ। ਸੋ ਬਰਡਸ ਜਿਹੜੇ ਹੈਗੇ ਐਗ ਦਿੰਦੇ ਆ, ਸੋ ਉਹ ਵੀ ਪੇਰੈਂਟਸ ਹੈ। ਜਿਹੜੇ ਯੰਗ ਵਨਸ ਨੂੰ ਜਨਮ ਦੇਣ, ਬੱਚਾ ਪੈਦਾ ਹੋਵੇ, ਜਿੱਦਾਂ ਹਿਊਮਨ ਬੀਇੰਗਸ ਦੇ ਵਿੱਚ 9 ਮੰਥ ਤੋਂ ਬਾਅਦ ਹੁੰਦਾ, ਉਹਨਾਂ ਨੂੰ ਵੀ ਪੇਰੈਂਟਸ ਕਹਿੰਦੇ ਆ। ਇਸੇ ਤਰੀਕੇ ਦੇ ਨਾਲ ਆਰਟੀਫਿਸ਼ੀਅਲ ਦੇ ਵਿੱਚ, ਠੀਕ ਹੈ, ਪਲਾਂਟਸ ਨੂੰ ਕਲਾਸੀਫਾਈ ਕੀਤਾ ਗਿਆ ਉਹਨਾਂ ਦੀ ਹੈਬਿਟ ਦੇ ਹਿਸਾਬ ਦੇ ਨਾਲ, ਠੀਕ ਹੈ, ਕਿ ਵੀ 1 ਸਾਲ ਦੇ ਵਿੱਚ ਹੀ ਗਰੋ ਕਰ ਜਾਂਦੀ ਹੈ, ਠੀਕ ਹੈ, ਛੋਟਾ ਹੀ ਹੁੰਦਾ ਹੈ ਪਲਾਂਟ, ਗ੍ਰੀਨ ਕਲਰ ਦਾ ਹੁੰਦਾ। ਹਰਬਸ
है ना। ठीक है, ਸ਼ਰਬਸ ਮਤਲਬ ਕਿ ਝਾੜੀਆਂ, ਤੁਹਾਨੂੰ ਪਤਾ ਕਿ ਬੁੱਛੀ ਹੈ ਨਾ ਇਹਨਾਂ ਦੀ ਅਪੀਅਰੈਂਸ ਹੁੰਦੀ ਹੈ, ਜਾਂ ਫਿਰ ਟਰੀ। ਪਲਾਂਟ ਤਿੰਨ ਤਰ੍ਹਾਂ ਦੇ ਹੁੰਦੇ ਆ ਹੈਬਿਟਸ ਦੇ ਹਿਸਾਬ ਦੇ ਨਾਲ, ਹਰਬਸ, ਸ਼ਰਬਸ ਤੇ ਟਰੀ। ਦਿਸ ਇਜ਼ ਆਰਟੀਫਿਸ਼ਲ ਸਿਸਟਮ ਆਫ ਕਲਾਸੀਫਿਕੇਸ਼ਨ। ਓਕੇ, ਨੈਚੁਰਲ ਸਿਸਟਮ ਆਫ ਕਲਾਸੀਫਿਕੇਸ਼ਨ ਜਿਹੜਾ ਹੈਗਾ, ਇਹਦੇ 'ਚ ਬੱਚੇ ਅਸੀਂ ਕਾਫੀ ਜ਼ਿਆਦਾ ਨੰਬਰ ਆਫ ਸਟਰਕਚਰਲ ਤੇ ਮੋਰਫੋਲੋਜੀਕਲ ਅਸੀਂ ਕਰੈਕਟਰਸ ਜਿਹੜੇ ਹੈਗੇ ਆ ਦੇਖਦੇ ਹਾਂ, ਜਿੱਦਾਂ ਕਿ ਅਸੀਂ ਔਰਗੇਨਿਜ਼ਮ ਨੂੰ ਬਾਹਰੋਂ ਵੀ ਦੇਖਦੇ ਹਾਂ, ਅੰਦਰੋਂ ਵੀ ਦੇਖਦੇ ਹਾਂ, ਉਹਦੇ ਸੈੱਲ ਦਾ ਸਟਰਕਚਰ ਵੀ ਦੇਖਦੇ ਹਾਂ। ਮੋਲੀਕੂਲਰ ਬਾਇਓਲੋਜੀ ਮਤਲਬ DNA RNA ਆ ਗਈ ਨਾ, ਜੈਨੇਟਿਕਸ। ਮਤਲਬ ਸਿੱਧੀ ਜੀ ਗੱਲ ਹੈ, ਮੇਨ ਡਿਫਰੈਂਸ ਤੁਸੀਂ ਯਾਦ ਰੱਖਣੇ ਥੋੜ੍ਹੇ ਵੀ ਆਰਟੀਫਿਸ਼ਲ ਸਿਸਟਮ ਦੇ ਵਿੱਚ, ਠੀਕ ਹੈ, ਇੱਕ ਦੋ ਕਰੈਕਟਰਸ ਦੇ ਬੇਸਿਸ ਦੇ ਉੱਤੇ ਹੀ ਔਰਗੇਨਿਜ਼ਮਸ ਨੂੰ ਕਲਾਸੀਫਾਈ ਕੀਤਾ ਜਾਂਦਾ, ਜਦ ਕਿ ਨੈਚੁਰਲ ਸਿਸਟਮ ਦੇ ਵਿੱਚ ਤੁਸੀਂ ਬਹੁਤ ਸਾਰੇ ਕਰੈਕਟਰਿਸਟਿਕਸ ਨੂੰ ਲੈ ਕੇ ਚੱਲ ਸਕਦੇ ਹੋ। ਫਾਈਲੋਜੈਨੇਟਿਕ ਪੜ੍ਹਾਇਆ ਹੋਇਆ ਫਸਟ ਚੈਪਟਰ ਦੇ ਵਿੱਚ ਵੀ। ਫਾਈਲੋਜੈਨੀ ਦਾ ਕੀ ਮਤਲਬ ਸੀਗਾ? ਐਵੋਲੂਸ਼ਨਰੀ ਰਿਲੇਸ਼ਨਸ਼ਿਪ ਔਰਗੇਨਿਜ਼ਮਸ ਦਾ ਇੱਕ ਦੂਸਰੇ ਦੇ ਨਾਲ, ਹੈ ਨਾ। ਇਸ ਕੇਸ ਦੇ ਵਿੱਚ ਫੋਸਿਲਸ ਜਿਹੜੇ ਹੈਗੇ ਆ ਨਾ, ਉਹ ਵੀ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੇ ਆ, ਉਹ ਵੀ ਬਹੁਤ ਇਨਫੋਰਮੇਸ਼ਨ ਦਿੰਦੇ ਆ, ਹੈ ਨਾ। ਠੀਕ ਹੈ, ਪਰ ਇਸ ਸਿਸਟਮ ਦੀ ਨਾ ਪ੍ਰੈਕਟੀਕਲ ਯੂਟਿਲਿਟੀ ਜਿਹੜੀ ਹੈ ਨਾ, ਉਹ ਘੱਟ ਹੈ ਨਾ। ਕਿਉਂਕਿ ਤੁਹਾਨੂੰ ਹਰ ਇੱਕ ਔਰਗੇਨਿਜ਼ਮ ਦੇ ਫੋਸਿਲਸ ਨਹੀਂ ਨਾ ਮਿਲ ਸਕਦੇ ਆ। ਜਿਹੜੇ ਔਰਗੇਨਿਜ਼ਮ ਬਹੁਤ ਪੁਰਾਣੇ ਹੋ ਗਏ, ਕਈ ਵਾਰੀ ਫੋਸਿਲਸ ਨਹੀਂ ਮਿਲ ਪਾਉਂਦੇ ਉਹਨਾਂ ਦੇ, ਹੈ ਨਾ। ਐਵੋਲੂਸ਼ਨ ਬਹੁਤ ਸਲੋ ਹੋ ਰਹੀ ਹੈ। ਅੱਗੇ ਤੁਹਾਡੇ ਕੋਲ ਆ ਗਿਆ ਕਲਾਸੀਕਲ ਔਰ ਨਿਊ ਸਿਸਟੇਮੈਟਿਕਸ ਆ ਗਿਆ। ਸੋ ਬੱਚੇ ਜਿਹੜਾ ਸਿਸਟੇਮੈਟਿਕਸ ਪੜ੍ਹਾਇਆ ਹੋਇਆ ਡਿਟੇਲ 'ਚ ਫਸਟ ਚੈਪਟਰ ਦੇ ਵਿੱਚ, ਜਦੋਂ ਸ਼ੁਰੂ ਤੋਂ ਲੈ ਕੇ ਤੇ ਕਾਰਲਸ ਲੀਨੀਅਸ ਦੇ ਟਾਈਮ ਤੱਕ ਜਿਹੜਾ ਸਿਸਟੇਮੈਟਿਕਸ ਸੀਗਾ ਨਾ, ਉਹਨੂੰ ਕਲਾਸੀਕਲ ਸਿਸਟੇਮੈਟਿਕਸ ਕਿਹਾ ਗਿਆ, ਹੈ ਨਾ। ਠੀਕ ਹੈ, ਸੋ ਸਿਸਟੇਮੈਟਿਕਸ ਦੇ ਅਕੋਰਡਿੰਗਲੀ ਨਾ ਸਪੀਸੀਜ਼ ਜਿਹੜੀ ਸੀ, ਤੁਹਾਨੂੰ ਪਤਾ, ਕਿਉਂਕਿ ਫੰਡਾਮੈਂਟਲ ਯੂਨਿਟ ਜਿਹੜੀ ਹੈਗੀ ਆ ਕਲਾਸੀਫਿਕੇਸ਼ਨ ਦੀ, ਬੇਸਿਕ ਯੂਨਿਟ ਸਪੀਸੀਜ਼ ਹੁੰਦੀ ਹੈ, ਸਭ ਤੋਂ ਛੋਟੀ ਯੂਨਿਟ, ਹੈ ਨਾ। ਉਹਨਾਂ ਨੇ ਕਿਹਾ ਸੀਗਾ ਕਿ ਸਪੀਸੀਜ਼ ਜਿਹੜੀ ਹੈ ਬਿਲਕੁਲ ਇੱਕ ਸੈਪਰੇਟ ਯੂਨਿਟ ਹੈ ਨਾ, ਇਨਮਿਊਟੇਬਲ ਹੈ, ਉਹਦੇ 'ਚ ਕੋਈ ਚੇਂਜਿਸ ਨਹੀਂ ਆ ਸਕਦੀਆਂ, ਉਹਨੂੰ ਕਿਸੇ ਨੇ ਕ੍ਰੀਏਟ ਕੀਤਾ। ਇਹ ਕਿਹਦੀ ਸੋਚ ਹੈ? ਠੀਕ ਹੈ, ਕਲਾਸੀਕਲ ਸਿਸਟੇਮੈਟਿਕਸ ਦੀ, ਹੈ ਨਾ। ਜਦ ਕਿ ਨਿਊ ਸਿਸਟੇਮੈਟਿਕਸ ਕਿਹੜਾ ਹੋਇਆ ਫਿਰ? ਨਿਊ ਸਿਸਟੇਮੈਟਿਕਸ ਕੈਰਲਸ ਲੀਨੀਅਸ ਤੋਂ ਬਾਅਦ ਜੋ ਵੀ ਸਟੱਡੀਜ਼ ਹੋਈਆਂ, ਉਹ ਨਿਊ ਸਿਸਟੇਮੈਟਿਕਸ ਦੇ ਅੰਦਰ ਆ ਜਾਂਦੀਆਂ। ਇਹਨਾਂ ਦਾ ਵਿਚਾਰ ਬਦਲ ਗਿਆ। ਠੀਕ ਹੈ, ਇਹਨਾਂ ਦੇ ਅਕੋਰਡਿੰਗਲੀ ਸਪੀਸੀਜ਼ ਜਿਹੜੀਆਂ ਹੁੰਦੀਆਂ ਨੇ, ਇੱਕ ਦੂਸਰੇ ਦੇ ਨਾਲ ਰਿਲੇਟਡ ਹੁੰਦੀਆਂ ਨੇ। ਠੀਕ ਹੈ ਜੀ, ਉਹ ਬਿਲਕੁਲ ਸੈਪਰੇਟ ਨਹੀਂ ਹੈ, ਉਹਨਾਂ ਦੇ ਅੰਦਰ ਚੇਂਜਿਸ ਆ ਸਕਦੀਆਂ ਨੇ। ਠੀਕ ਹੈ, ਸੋ ਇਹ ਮੋਡੀਫਿਕੇਸ਼ਨ ਦੇ ਕਰਕੇ ਇਹ ਕਹਿੰਦੇ ਆ ਕਿ ਸਪੀਸੀਜ਼ ਜਿਹੜੀਆਂ ਹੈਗੀਆਂ ਨੇ, ਉਹ ਮੋਡੀਫਿਕੇਸ਼ਨ ਦੇ ਕਰਕੇ ਪੈਦਾ ਹੋਈਆਂ। ਠੀਕ ਹੈ, ਉਹਨਾਂ ਨੂੰ ਕਿਸੇ ਨੇ ਕ੍ਰੀਏਟ ਨਹੀਂ ਕੀਤਾ ਸਿਰਫ। ਠੀਕ ਹੈ, ਸੋ ਸਪੀਸੀਜ਼ ਪਹਿਲਾਂ ਤੋਂ ਹੀ ਪ੍ਰੈਜ਼ੈਂਟ ਸੀਗੀਆਂ, ਸਿਰਫ ਮੋਡੀਫਾਈ ਹੁੰਦੀਆਂ ਗਈਆਂ। ਦੇਖਿਆ ਨਾ, ਅਲੱਗ-ਅਲੱਗ ਵਿਚਾਰ। ਇਸੇ ਕਰਕੇ ਜਿਹੜਾ ਨਿਊ ਸਿਸਟੇਮੈਟਿਕਸ ਸੀਗਾ, ਠੀਕ ਹੈ ਜੀ, ਸੋ ਉਹਨੇ ਹੋਰ ਬਹੁਤ ਸਾਰੀਆਂ ਬ੍ਰਾਂਚਿਸ ਨੂੰ ਬੱਚੇ ਧਿਆਨ ਦੇ ਵਿੱਚ ਰੱਖਿਆ। ਜਦੋਂ ਉਹਨੇ ਔਰਗੇਨਿਜ਼ਮਸ ਨੂੰ ਕਲਾਸੀਫਾਈ ਕੀਤਾ, ਅਸੀਂ ਉਹਨਾਂ ਦੀ ਥੋੜ੍ਹੀ ਨੌਲੇਜ ਲੈ ਲੈਂਦੇ ਹਾਂ। ਠੀਕ ਹੈ, ਜਿਵੇਂ ਮੋਰਫੋਟੈਕਸੋਨੋਮੀ, ਨਹੀਂ ਮੋਰਫੋਲੋਜੀ ਦੇ ਵਿੱਚ ਅਸੀਂ ਕੀ ਦੇਖਾਂਗੇ? ਸਟਰਕਚਰ ਬਾਹਰੋਂ ਦੀ ਹੀ ਦੇਖ ਕੇ ਅਸੀਂ ਔਰਗੇਨਿਜ਼ਮਸ ਨੂੰ ਇੱਕ ਜਿਵੇਂ ਜਿਹੜੇ ਸਾਨੂੰ ਪਲਾਂਟਸ ਇੱਕ ਤਰ੍ਹਾਂ ਦੇ ਲੱਗਣਗੇ, ਅਸੀਂ ਉਹਨਾਂ ਨੂੰ ਬਾਹਰੋਂ ਦੇਖ ਕੇ ਹੀ, ਹੈ ਨਾ, ਉਹਨਾਂ ਨੂੰ ਅਸੀਂ ਅਲੱਗ ਗਰੁੱਪ ਦੇ ਵਿੱਚ ਰੱਖ ਦਾਂਗੇ। ਫਿਰ ਜਿਹੜੇ ਹੋਰ ਦੂਸਰਾ ਗਰੁੱਪ ਬਣ ਜਾਏਗਾ, ਠੀਕ ਹੈ ਨਾ। ਇਸੇ ਤਰੀਕੇ ਨਾਲ ਐਨੀਮਲਸ ਦਾ ਵੀ ਅਸੀਂ ਅਲੱਗ ਗਰੁੱਪ ਬਣਾ ਲਾਂਗੇ ਉਹਨਾਂ ਦੀ ਮੋਰਫੋਲੋਜੀ ਦੇਖ ਕੇ। ਨੂਮੈਰੀਕਲ ਔਰ ਫਨੈਟਿਕਸ, ਠੀਕ ਹੈ ਜੀ, ਨੂਮੈਰੀਕਲ ਜਿਹੜੀਆਂ ਟੈਕਨੀਕਸ ਹੈਗੀਆਂ ਨੇ, ਹੈ ਨਾ। ਸੋ ਇਹਦੇ ਵਿੱਚ ਵੀ ਅਸੀਂ ਬੱਚੇ ਕੀ ਦੇਖਦੇ ਹਾਂ? ਸਪੀਸੀਜ਼ ਦੇ ਵਿਚਕਾਰ ਸਿਮਿਲੈਰਿਟੀਜ਼ ਅਤੇ ਡਿਫਰੈਂਸਿਸ ਦੇਖਦੇ ਹਾਂ, ਪਰ ਇਹਦੇ ਵਿੱਚ ਬਸ ਕੀ ਕੀਤਾ ਜਾਂਦਾ ਕਿ ਨਿਊ ਟੈਕਨੀਕਸ ਯੂਜ਼ ਕੀਤੀਆਂ ਜਾਂਦੀਆਂ, ਜਿਵੇਂ ਕਿ ਕੈਲਕੂਲੇਟਰਸ, ਹੈ ਨਾ, ਕੰਪਿਊਟਰਸ, ਉਹਨਾਂ ਦੀ ਯੂਜ਼ ਕੀਤੀ ਜਾਂਦੀ ਹੈ। ਇੱਥੇ ਕੋਡਸ ਯੂਜ਼ ਕੀਤੇ ਜਾਂਦੇ ਆ, ਪਲੱਸ ਮਾਈਨਸ, ਹੈ ਨਾ, ਜਿਨ੍ਹਾਂ ਦੇ ਲਈ ਦੇਖੋ ਡਾਟਾ ਅਵੇਲੇਬਲ ਨਹੀਂ ਹੈਗਾ, ਉਹਦੇ ਲਈ ਆਹ ਸਾਈਨ ਜ਼ੀਰੋ ਦਾ ਵਿੱਚ ਲਾਈਨ ਲੱਗੀ ਹੋਈ ਹੈ, ਇਹ ਸਾਈਨ ਯੂਜ਼ ਕੀਤੇ ਜਾਂਦੇ ਆ ਨਾ। ਥੋੜ੍ਹੀ ਐਡਵਾਂਸਮੈਂਟ ਆ ਗਈ ਨਾ ਵਰਕ ਕਰਨ ਦੇ ਤਰੀਕੇ ਦੇ ਵਿੱਚ, ਔਰਗੇਨਿਜ਼ਮਸ ਨੂੰ ਕਲਾਸੀਫਾਈ ਕਰਨ ਦੇ ਤਰੀਕੇ ਦੇ ਵਿੱਚ, ਹੈ ਨਾ। ਇਹਦੇ 'ਚ ਸਾਰੇ ਦੇ ਸਾਰੇ ਜਿਹੜੇ ਕਰੈਕਟਰਿਸਟਿਕ ਹੁੰਦੇ ਆ ਨਾ ਔਰਗੇਨਿਜ਼ਮ ਦੇ, ਉਹਨਾਂ ਨੂੰ ਇੰਪੋਰਟੈਂਸ ਦਿੱਤੀ ਜਾਂਦੀ ਹੈ ਨੂਮੈਰੀਕਲ ਔਰ ਫਨੈਟਿਕਸ ਦੇ ਵਿੱਚ। ਓਕੇ, ਕੋਡਸ ਯੂਜ਼ ਕੀਤੇ ਜਾਂਦੇ ਆ। ਕਲੈਡਿਸਟਿਕ ਟੈਕਸੋਨੋਮੀ, ਜਿਹਨੂੰ ਅਸੀਂ ਹੋਰ ਕੀ ਕਹਿੰਦੇ ਹਾਂ? ਫਾਈਲੋਜੈਨੇਟਿਕ। ਠੀਕ ਹੈ, ਸੋ ਇਹਦੇ ਵਿੱਚ ਜਿਹੜੇ ਲਿਵਿੰਗ ਬੀਇੰਗਸ ਹੁੰਦੇ ਆ, ਉਹਨਾਂ ਨੂੰ ਕਲਾਸੀਫਾਈ ਕੀਤਾ ਜਾਂਦਾ ਹੈ ਨਾ। ਬਸ ਉਹ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਐਵੋਲੂਸ਼ਨ ਹੋਈ, ਜਿੱਦਾਂ ਉਹਨਾਂ ਦੇ ਹਿਸਟੋਰੀਕਲ ਆਰਡਰ ਦੇ ਵਿੱਚ ਉਹਨਾਂ ਨੂੰ ਲਗਾਇਆ ਜਾਂਦਾ ਵੀ ਸਭ ਤੋਂ ਪਹਿਲਾਂ ਕਿਹੜੇ ਔਰਗੇਨਿਜ਼ਮਸ ਆਏ ਸੀ, ਉਹਦੇ ਤੋਂ ਬਾਅਦ, ਹੈ ਨਾ। ਸੋ ਇਸ ਤਰੀਕੇ ਦੇ ਨਾਲ, ਠੀਕ ਹੈ, ਸੋ ਇਸ ਕਿਸਮ ਦੀ ਟੈਕਸੋਨੋਮੀ ਦੇ ਵਿੱਚ ਔਰਗੇਨਿਜ਼ਮਸ ਦਾ ਐਵੋਲੂਸ਼ਨਰੀ ਅਤੇ ਜੈਨੇਟਿਕ ਰਿਲੇਸ਼ਨਸ਼ਿਪ ਦੇਖਿਆ ਜਾਂਦਾ ਵੀ ਸਾਡੀਆਂ ਜੀਨਸ ਕਿਹਦੇ ਨਾਲ ਮਿਲਦੀਆਂ ਜ਼ਿਆਦਾ, ਹੈ ਨਾ। ਮਤਲਬ ਜਿੱਦਾਂ ਸਾਡੇ ਐਨਸੈਸਟਰਸ ਦੇ ਬਾਰੇ 'ਚ ਪਤਾ ਕੀਤਾ ਜਾਏਗਾ, ਨਹੀਂ, ਠੀਕ ਹੈ, ਜਿੱਦਾਂ ਕਿ ਜਿਹੜੇ ਸਾਡੇ ਕਰੈਕਟਰਸ ਇੱਕ ਜਿਹੇ ਹੋਣਗੇ, ਹੈ ਨਾ। ਠੀਕ ਹੈ, ਸੋ ਉਹ ਇਹਦਾ ਮਤਲਬ ਕਿ ਉਹ ਕਾਮਨ ਐਨਸੈਸਟਰਸ ਤੋਂ ਆਏ ਆ, ਤਾਂ ਉਹ ਮਿਲ ਕੇ ਇੱਕ ਗਰੁੱਪ ਬਣਾਉਣਗੇ, ਅਸੀਂ ਉਹਨਾਂ ਨੂੰ ਐਨਸੈਸਟਰਲ ਕਰੈਕਟਰਸ ਕਹਿ ਦਾਂਗੇ, ਨਹੀਂ। ਇਹ ਫਸਟ ਚੈਪਟਰ ਦੇ ਵਿੱਚ ਵੀ ਪੜ੍ਹਾਇਆ ਹੋਇਆ ਤੁਹਾਨੂੰ, ਹੋਮੋਲੋਗੀ, ਐਨਾਲੋਗੀ, ਐਨਸੈਸਟਰਲ ਕਰੈਕਟਰ। ਜਦ ਕਿ ਉਹ, ਠੀਕ ਹੈ, ਜਿਹੜੇ ਕਿ ਅਸੀਂ ਅਲੱਗ-ਅਲੱਗ ਗਰੁੱਪਸ ਤੋਂ ਕਰੈਕਟਰਸ ਇਕੱਠੇ ਕੀਤੇ ਆ, ਉਹਨਾਂ ਨੂੰ ਅਸੀਂ ਕਹਾਂਗੇ ਡਰਾਈਵਡ ਕਰੈਕਟਰਸ। ਅਲੱਗ-ਅਲੱਗ ਐਨਸੈਸਟਰਸ ਤੋਂ ਲਏ ਆ, ਉਹਨਾਂ ਨੂੰ ਡਰਾਈਵਡ ਕਹਿ ਦਾਂਗੇ। ਸਾਈਟੋਟੈਕਸੋਨੋਮੀ, ਹੈ ਨਾ, ਨੇਮ ਤੋਂ ਪਤਾ ਲੱਗਦਾ ਪਿਆ। ਸਾਈਟੋਲੋਜੀ ਕੀ ਹੁੰਦੀ ਹੈ? ਸਟੱਡੀ ਆਫ ਸੈੱਲ। ਅਸੀਂ ਔਰਗੇਨਿਜ਼ਮਸ ਨੂੰ ਕਲਾਸੀਫਾਈ ਕਰਾਂਗੇ ਉਹਨਾਂ ਦੇ ਸੈੱਲ ਦੇ ਸਾਈਜ਼ ਦੇ ਹਿਸਾਬ ਦੇ ਨਾਲ, ਸਟਰਕਚਰ ਦੇ ਹਿਸਾਬ ਦੇ ਨਾਲ, ਸੈੱਲ ਦੇ ਅੰਦਰ ਕ੍ਰੋਮੋਸੋਮਸ ਦਾ ਨੰਬਰ, ਕ੍ਰੋਮੋਸੋਮਸ ਦਾ ਬਿਹੇਵੀਅਰ। ਓਕੇ,
ਕੀਮੋ ਟੈਕਸੋਨੋਮੀ ਨੇਮ ਤੋਂ ਪਤਾ ਲੱਗਦਾ ਪਿਆ ਕੈਮੀਕਲਸ ਦੇ ਬੇਸਿਸ ਦੇ ਉੱਤੇ ਅਸੀਂ ਆਰਗੇਨਿਜ਼ਮਸ ਨੂੰ ਕਲਾਸੀਫਾਈ ਕਰਨਾ। ਠੀਕ ਹੈ, ਸੋ ਪਲਾਂਟਸ ਦੇ ਅੰਦਰ ਕਿੱਦਾਂ ਦੇ ਕੈਮੀਕਲਸ ਪ੍ਰੈਜ਼ੈਂਟ ਹੈ। ਠੀਕ ਹੈ, ਫ੍ਰੈਗਰੈਂਸ ਕਿੱਦਾਂ ਦੀ ਹੈ, ਟੇਸਟ। ਠੀਕ ਹੈ, ਜਿਵੇਂ ਕਿ ਕੈਲਸ਼ੀਅਮ ਆਕਜ਼ਾਲੇਟ ਦੇ ਕ੍ਰਿਸਟਲਸ ਪ੍ਰੈਜ਼ੈਂਟ ਹੈ ਕੁਛ ਪਲਾਂਟਸ ਦੇ ਅੰਦਰ, ਹੈ ਨਾ। ਠੀਕ ਹੈ, ਜਿਵੇਂ ਕਿ ਸਲਫਰ ਜਿਹੜੀ ਕਰੂਸੀਫੇਰੀ ਫੈਮਲੀਜ਼ ਪਲਾਂਟਸ ਦੀਆਂ ਵੀ ਅੱਗੋਂ ਕੀ ਹੁੰਦੀਆਂ ਨੇ ਬੱਚੇ, ਫੈਮਲੀਜ਼ ਹੁੰਦੀਆਂ। ਕਰੂਸੀਫੇਰੀ ਫੈਮਲੀਜ਼ ਜਿਹੜੀਆਂ ਹੈਗੀਆਂ ਨੇ, ਹੈ ਨਾ। ਸੋ ਉਹਦੇ ਅੰਦਰ ਜਿਵੇਂ ਸਲਫਰ ਕੰਟੇਨਿੰਗ ਕੰਪਾਊਂਡਸ ਪ੍ਰੈਜ਼ੈਂਟ ਹੈ। ਸੋ ਇਹ ਕੈਮੀਕਲਸ ਹੈ। ਫੈਮਲੀਜ਼ ਦੇ ਬਾਰੇ 'ਚ ਤੁਹਾਨੂੰ ਦੱਸਾਂਗੇ, ਕੋਈ ਗੱਲ ਨਹੀਂ, ਟੈਨਸ਼ਨ ਨਹੀਂ ਲੈਣੀ। ਐਕਸਪੈਰੀਮੈਂਟਲ ਟੈਕਸੋਨੋਮੀ ਐਕਸਪੈਰੀਮੈਂਟਸ ਦੇ ਉੱਤੇ ਬੇਸਡ ਹੈ। ਇਹਦੇ 'ਚ ਲੈਬਸ ਦੇ ਵਿੱਚ ਐਕਸਪੈਰੀਮੈਂਟ ਕਰਕੇ ਦੇਖੇ ਜਾਂਦੇ ਆ। ਇਸ ਤਰ੍ਹਾਂ ਹੀ ਨਹੀਂ ਕਹਿ ਦਿੱਤਾ ਜਾਂਦਾ ਵੀ ਕਿਸ ਤਰੀਕੇ ਨਾਲ ਅਸੀਂ ਆਰਗੇਨਿਜ਼ਮਸ ਨੂੰ ਕਲਾਸੀਫਾਈ ਕੀਤਾ, ਐਕਸਪੈਰੀਮੈਂਟ ਦੇ ਬੇਸਿਸ ਦੇ ਉੱਤੇ। ਮੋਲੀਕੂਲਰ ਫਾਈਲੋਜੈਨੇਟਿਕਸ ਦੇ ਵਿੱਚ ਤੁਸੀਂ ਕੀ ਦੇਖੋਗੇ ਬੱਚੇ, ਮੋਲੀਕਿਊਲਸ ਦਾ ਸਟਰਕਚਰ ਦੇਖੋਗੇ। ਕੌਣ ਹੁੰਦੇ ਮੋਲੀਕਿਊਲਸ ਆਰਗੇਨਿਜ਼ਮ ਦੇ ਅੰਦਰ, DNA, ਹੈ ਨਾ। DNA ਦੀ ਸੀਕੁਐਂਸ ਦਾ ਜਿਹੜਾ ਹੈਗਾ ਤੁਸੀਂ ਉਹ ਦੇਖੋਗੇ ਕਿ ਹਰ ਇੱਕ ਕਿਹੜੇ ਆਰਗੇਨਿਜ਼ਮਸ ਆ ਜਿਨ੍ਹਾਂ ਦਾ DNA ਦਾ ਸੀਕੁਐਂਸ ਆਪਸ 'ਚ ਮਿਲਦਾ, ਕਿਹਨਾਂ ਦਾ ਨਹੀਂ ਮਿਲਦਾ। ਸੋ ਇਸ ਤਰੀਕੇ ਦੇ ਨਾਲ ਅਸੀਂ ਆਰਗੇਨਿਜ਼ਮਸ ਨੂੰ ਕੀ ਕਰਾਂਗੇ, ਕਲਾਸੀਫਾਈ ਕਰਾਂਗੇ। ਸੋ ਇੱਥੇ ਤੱਕ ਤੁਸੀਂ ਵੀਡੀਓ ਨੂੰ ਸੁਣਨਾ। ਇਸ ਤੋਂ ਬਾਅਦ ਸ਼ੁਰੂ ਕਰਾਂਗੇ ਅਸੀਂ ਹੁਣ ਐਗਜ਼ਾਮਸ ਤੋਂ ਬਾਅਦ ਹੀ ਅਸੀਂ ਕਰਾਂਗੇ ਐਲਗੀ ਸ਼ੁਰੂ ਕਰਾਂਗੇ ਪਲਾਂਟ ਕਿੰਗਡਮ 'ਚ।